बड़े लंबे समय तो उड़ीकी जा रही एजुकेशन पॉलिसी अज साडे विच जिहड़ी आ आ चुकी है, जिहदा स्टूडेंट्स कॉलेजेस और सारिਆਂ ਨੂੰ बड़ी देर तो इंतजार सी। लगभग 34 ईयर्स ਦੀ ਵੇਟ ਤੋਂ ਬਾਅਦ ਜਿਹੜੀ ਆ ਇਹ ਐਜੂਕੇਸ਼ਨ ਪਾਲਿਸੀ ਆ ਇਹ ਸਾਡੇ ਵਿੱਚ ਜਿਹੜੀ ਆ ਉਹ ਪਹੁੰਚ ਗਈ ਆ, ਜਿਹਦੇ ਨਾਲ ਜਿੱਥੇ ਕਿਹਾ ਜਾ ਰਿਹਾ ਕਿ ਬਹੁਤ ਵੱਡੀਆਂ ਚੇਂਜਸ ਜਿਹੜੀਆਂ ਨੇ ਉਹ ਐਜੂਕੇਸ਼ਨ ਦੇ ਸਰਕਲ ਦੇ ਵਿੱਚ ਜਿਹੜੀਆਂ ਉਹ ਆਉਣਗੀਆਂ। तो बेशक 92 ਦੇ ਵਿੱਚ कुछ चेंजिस इस पॉलिसी ਦੇ ਵਿੱਚ ਕੀਤੀਆਂ ਗਈਆਂ ਸੀ, लेकिन वो बड़ियां माइनर ਸੀਗੀਆਂ ਤੇ बहुत ਜ਼ਰੂਰਤ ਸਮਝੀ ਜਾ ਰਹੀ ਸੀ कि इंटरनेशनल लैवल ਦੇ ਵਿੱਚ इंडिया ਦੀ ਜਿਹੜੀ ਐਜੂਕੇਸ਼ਨ ਨੂੰ ਲੈ ਕੇ ਜਾਣ ਲਈ ਇੱਕ ਪॉलिसी ਜਿਹੜੀ ਆ ਉਹ ਪ੍ਰੋਪਰ ਆਵੇ। तो जिसनूं लैके जिहड़ा आ हुण गवर्नमेंट वालों ये पॉलिसी जिहड़ी आ दी गई है, जिस दे उत्ते विचार हो रहे हैं। तो ये पॉलिसी की है तो किस तरीके दे नाल जिहड़ा आ वो बच्चों के लिए किहड़ी चीज़ां जानन वालियां ने जां कॉलेज स्कूल दे विच की चेंजिस आउणगीਆਂ ने, इहदे लई गलबात करन लई साडे नाल मौजूद ने कमला नेहरू कॉलेज फॉर गर्ल्स तो डॉक्टर किरण वालिया जो कि प्रिंसीपल ने। ये सानूं दस्सणगे कि ਜਿਹੜੀਆਂ ਇਹ ਪਾਲਿਸੀ ਹੈ ਇਹਦੇ ਵਿੱਚ ਕੀ ਜਿਹੜੀਆਂ ਨੇ ਵਿਸ਼ੇਸ਼ਤਾਵਾਂ ਨੇ ਤੇ ਕਿਸ ਤਰੀਕੇ ਦੇ ਨਾਲ ਅੱਗੇ ਬੱਚਿਆਂ ਦੀ ਪੜ੍ਹਾਈ ਦੇ ਉੱਤੇ ਇਹਦਾ ਜਿਹੜਾ ਆ ਅਸਰ ਪਏਗਾ। ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਨਵਰੰਗ ਟੀਵੀ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਇਸ ਬੜੇ ਇੱਕ ਅਹਿਮ ਮੁੱਦੇ ਨੂੰ ਲੈ ਕੇ ਮੇਰੇ ਕੋਲ ਆਏ ਹੋ। ਜੀ ਆਇਆ ਆਪਣੇ ਕਾਲਜ ਦੇ ਵਿੱਚ ਸਾਡਾ। ਤੁਸੀਂ ਜੇ ਆਪਾਂ ਗੱਲ ਕਰਦੇ ਮੈਮ ਕਿ ਜਿਹੜੀ ਇਹ ਐਜੂਕੇਸ਼ਨ ਪਾਲਿਸੀ ਆਈ ਆ, ਅਗਰ ਆਪਾਂ ਫਸਟ ਨਜ਼ਰ ਦੇ ਵਿੱਚ ਇਹਨੂੰ ਦੇਖੀਏ, ਹਜੇ ਬਹੁਤ ਸਾਰੀਆਂ ਚੇਂਜਸ ਦੇ ਵਿੱਚ ਆਉਣਗੀਆਂ, ਇਹਦੇ 'ਤੇ ਵਿਚਾਰ ਹੋ ਰਹੇ ਨੇ, ਚੇਂਜਸ ਵੀ ਕੁਛ ਨਾ ਕੁਛ ਇਹਦੇ ਵਿੱਚ ਕਰ ਸਕਦੇ ਨੇ, ਐਡਵਾਈਸ ਵੀ ਮੰਗੀਆਂ ਜਾ ਰਹੀਆਂ ਨੇ। ਅਗਰ ਆਪਾਂ ਪਹਿਲੇ ਤੌਰ ਦੇ ਉੱਤੇ ਇਹਨੂੰ ਦੇਖੀਏ ਤਾਂ ਕੀ ਇਹ ਬੱਚਿਆਂ ਦੇ ਲਈ ਇੱਕ ਜਿਹੜਾ ਆ ਨਵੇਂ ਯੁੱਗ ਦਾ ਜਿਹੜਾ ਆ ਉਹ ਸ਼ੁਰੂਆਤ ਹੈ? ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ। ਇੱਕ ਨਵੀਂ ਤਰ੍ਹਾਂ ਦੀ ਪਾਲਿਸੀ ਗਵਰਨਮੈਂਟ ਲੈ ਕੇ ਆਈ ਹੈ ਸਾਡੇ ਵਿੱਚ, ਔਰ ਬੜੇ ਦੇਰ ਤੋਂ ਇਹਦਾ ਇੰਤਜ਼ਾਰ ਵੀ ਹੋ ਰਿਹਾ ਸੀਗਾ, ਕਿਉਂਕਿ 14 ਦੇ ਵਿੱਚ ਜਦੋਂ ਬੀਜੇਪੀ ਗਵਰਨਮੈਂਟ ਆਈ ਹੈ ਤੇ ਇਹਨਾਂ ਨੇ ਉਸ ਵੇਲੇ ਹੀ ਐਜੂਕੇਸ਼ਨ ਪਾਲਿਸੀ 'ਤੇ ਇੱਕ ਕਮੇਟੀ ਫਾਰਮ ਕੀਤੀ ਸੀ, ਔਰ ਸਾਨੂੰ ਬੜੇ ਲੰਬਾ ਇੰਤਜ਼ਾਰ ਕਰਨਾ ਪਿਆ ਉਸ ਕਮੇਟੀ ਦੀਆਂ ਰਿਕਮੈਂਡੇਸ਼ਨਸ ਦੇ ਉੱਤੇ ਬੇਸਡ ਹੈ। ਅੱਛੀ ਗੱਲ ਇਹ ਹੈ ਕਿ ਸਾਰੀ ਹਿੰਦੁਸਤਾਨ ਦੇ ਵੱਡੇ ਵੱਡੇ ਐਜੂਕੇਸ਼ਨਿਸਟ ਉਹਨਾਂ ਦੇ ਨਾਲ ਸਲਾਹ ਮਸ਼ਵਰਾ ਕੀਤਾ ਗਿਆ। ਉਸ ਤੋਂ ਬਾਅਦ ਇਹਨੂੰ ਇੱਕ ਫਾਰਮੂਲੇਟ ਕਰਕੇ ਪਰਸੋਂ ਸਾਡੇ ਵਿੱਚ ਇਹਦੀ ਘੋਸ਼ਣਾ ਹੋਈ। HRD ਮਿਨਿਸਟਰੀ ਹੁਣ ਐਜੂਕੇਸ਼ਨ ਡਿਪਾਰਟਮੈਂਟ ਹੋ ਜਾਏਗੀ। GDP ਦੀ ਜਿਹੜੀ ਗਰੋਥ ਰੇਟ ਹੈ ਉਹ ਵੀ ਵਧਾ ਕੇ 6% ਇਹਨਾਂ ਨੇ ਕਰ ਦਿੱਤੀ ਹੈ। ਦੈਟਸ ਅ ਵੈਰੀ ਵੈਲਕਮ ਮੂਵ। ਔਰ ਦੂਸਰਾ, ਬੱਚਿਆਂ ਲਈ ਤੁਸੀਂ ਮੈਨੂੰ ਪੁੱਛਿਆ ਹੈਗਾ, ਇਟਸ ਗੋਇੰਗ ਟੂ ਬੀ ਬਿਗ ਚੇਂਜ ਇਸ ਕਰਕੇ ਕਿਉਂਕਿ ਬੱਚਾ ਜੇ ਸਾਇੰਸ ਪੜ੍ਹ ਰਿਹਾ ਹੈਗਾ ਤਾਂ ਉਹਦੇ ਨਾਲ ਨਾਲ ਆਪਣੀ ਹੌਬੀਜ਼ ਵੀ ਪੂਰੀ ਦੀ ਪੂਰੀ ਉਹਦਾ ਵੀ ਖਿਆਲ ਰੱਖ ਸਕਦਾ ਹੈ। ਜੇ ਬਾਇਓਲੋਜੀ ਦੇ ਨਾਲ ਉਹਨੂੰ ਮਿਊਜ਼ਿਕ ਦੇ ਵਿੱਚ ਇੰਟਰਸਟ ਹੈ ਤਾਂ ਬੱਚਾ ਮਿਊਜ਼ਿਕ ਵੀ ਪੜ੍ਹ ਸਕਦਾ ਹੈ। ਲੇਕਿਨ ਇਹਨੂੰ ਮੈਂ ਪੂਰੇ ਵਿਆਪਕ ਤੌਰ 'ਤੇ ਤਾਂ ਹਾਲੇ ਤੁਹਾਨੂੰ ਨਹੀਂ ਸਮਝਾ ਸਕਾਂਗੀ ਵਿਸਤਾਰ ਨਾਲ, ਕਿਉਂਕਿ ਹਾਲੇ ਇਸ ਪਾਲਿਸੀ ਨੂੰ ਮੈਂ ਵੀ ਪੜ੍ਹ ਰਹੀ ਹਾਂ ਔਰ ਇਹਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਇਹ किस तरह की पॉलिसी है, की चेंजेस ये आएंगे। लेकिन डेफिनेटली बच्चा एक नए युग दे विच पदार्पण करेगा। मैम किस तरह लग रहा है कि इस पॉलिसी दे नाल कि बच्चों के उत्ते प्रैशर बढ़ेगा, जां कि जिद्दां तुसीं कहा कि अगर साइंस का स्टूडेंट आ तो वो नाल अपनी हॉबी जिहड़ी आ उहनूं नाल दी नाल जिहड़ा लै सकदा आ, उदां दे सबजैक्ट लै सकदा कि वो पढ़ाई दे विच ज़्यादा इंटरटेनमेंट जिहड़ा है उहदा बढ़ेगा, इंटरटेन हो जाएगा उहदा? नहीं, ये तो मैं नहीं कर सकती भी एंटरटेन हो जाएगा, लेकिन हाँ साइंस के विद्यार्थियों के कोल एक नवा मार्ग मिल गया है कि वो अपने रुचि वाले सबजैक्ट्स भी, अपने इंटरस्टिंग सबजैक्ट्स भी नाल नाल पढ़ सकणगे। बट ਇਹਦੇ ਨਾਲ ਮੈਨੂੰ ਲੱਗਦਾ ਹੈਗਾ ਕਿ ਸ਼ਾਇਦ ਬੱਚਿਆਂ ਦੇ ਉੱਤੇ ਥੋੜ੍ਹਾ ਜਿਹਾ ਪ੍ਰੈਸ਼ਰ ਇਹਦਾ ਪਏਗਾ। ਉਹ ਕਿਉਂ ਪਏਗਾ? ਕਿਉਂਕਿ ਹਾਲੇ ਸਾਨੂੰ ਪਤਾ ਨਹੀਂ ਹੈ ਮੇਜਰ ਸਬਜੈਕਟਸ ਕਿੰਨੇ ਪੜ੍ਹਨੇ ਜ਼ਰੂਰੀ ਹੈ। ਦਿਸ ਇਜ਼ ਗੋਇੰਗ ਟੂ ਬੀ ਅ ਮਾਈਨਰ ਸਬਜੈਕਟ ਜਿਹੜਾ ਉਹਨਾਂ ਦੀ ਆਪਣੀ ਹੌਬੀਜ਼ ਦੇ ਨਾਲ ਰਿਲੇਟਡ ਹੈ, ਅਤੇ ਮਾਈਨਰ ਸਬਜੈਕਟ ਦੀ ਕੀ ਪਰਸੈਂਟੇਜ ਹੋਏਗੀ, ਕੀ ਉਹਦੇ ਵਿੱਚ ਪਾਸ ਪਰਸੈਂਟੇਜ ਹੋਣਾ ਜ਼ਰੂਰੀ ਹੈ, ਕੀ ਉਹਦੀਆਂ ਕਲਾਸਿਸ ਬਕਾਇਦਾ ਲੱਗਣਗੀਆਂ, ਇਹ ਸਾਰਾ ਕੁਛ ਹਾਲੇ ਇਹਦੇ 'ਤੇ ਗੱਲਬਾਤ ਹੋਣੀ ਬਾਕੀ ਹੈ। ਇਹ ਹਾਲੇ ਰੈਗੂਲੇਟ ਹੋਣਾ ਬਾਕੀ ਹੈ। ਜਦੋਂ ਤੱਕ ਇਹ ਨਹੀਂ ਸਾਡੇ ਕੋਲ ਆ ਜਾਂਦਾ ਮੈਂ ਇਹਦੇ 'ਤੇ ਗੱਲ ਨਹੀਂ ਕਰ ਸਕਾਂਗੀ। ਅਤੇ ਤੁਸੀਂ ਪੁੱਛ ਰਹੇ ਸੀ ਕਿ ਬੱਚਿਆਂ ਲਈ ਇੱਕ ਹੋਰ ਚੀਜ਼ ਮੈਨੂੰ ਅੱਛੀ ਲੱਗੀ ਹੈ ਕਿ ਫੋਰਨ ਦੀਆਂ ਯੂਨੀਵਰਸਿਟੀਜ਼ ਇੱਥੇ ਆ ਕੇ ਆਪਣੀਆਂ ਯੂਨੀਵਰਸਿਟੀਜ਼ ਬਣਾ ਸਕਦੀਆਂ। ਸੋ
ਸੋ ਔਰ ਇੰਡੀਅਨ ਯੂਨੀਵਰਸਿਟੀਜ਼ ਬਾਹਰ ਜਾ ਕੇ ਆਪਣੇ ਯੂਨੀਵਰਸਿਟੀਜ਼ ਨੂੰ ਉੱਥੇ ਸ਼ੁਰੂ ਕਰ ਸਕਣਗੀਆਂ। ਤਾਂ ਐਜੂਕੇਸ਼ਨ ਨੂੰ ਇੱਕ ਵਿਆਪਕ ਸਤਰ 'ਤੇ ਵੈਸ਼ਵੀਕਰਨ ਮੰਨ ਕੇ ਚੱਲੀਏ ਕਿ ਆਪਾਂ ਵਿਸ਼ਵ ਦੇ ਕਿਸੇ ਵੀ ਕੋਨੇ ਦੇ ਵਿੱਚ ਹਿੰਦੁਸਤਾਨ ਦੀਆਂ ਯੂਨੀਵਰਸਿਟੀ ਦੇਖਾਂਗੇ ਤਾਂ ਸਾਨੂੰ ਬਹੁਤ ਮਾਣ ਹੋਏਗਾ ਆਪਣੇ 'ਤੇ। ਇਸੇ ਤਰ੍ਹਾਂ ਫੋਰਨ ਦਾ ਕਰੇਜ਼ ਜਿਹੜਾ ਬੱਚਿਆਂ ਦੇ ਵਿੱਚ ਹੈਗਾ ਕਿ ਅਸੀਂ ਬਾਹਰ ਜਾ ਕੇ ਪੜ੍ਹਨਾ, ਅਤੇ ਜੇ ਤੁਹਾਨੂੰ ਅੱਛੀ ਐਜੂਕੇਸ਼ਨ ਫੋਰਨ ਯੂਨੀਵਰਸਿਟੀਜ਼ ਦੀ ਇੱਥੇ ਮਿਲੇਗੀ ਤਾਂ ਮੈਨੂੰ ਲੱਗਦਾ ਹੈਗਾ ਕਿ ਬੱਚਾ ਖੁਸ਼ੀ ਸ਼ਾਇਦ ਆਪਣੇ ਹਿੰਦੁਸਤਾਨ ਦੇ ਵਿੱਚ ਹੀ ਰਹਿ ਕੇ ਪੜ੍ਹ ਲਵੇ। ਅਤੇ ਇਸ ਕਰਕੇ ਬੱਚਿਆਂ ਵਾਸਤੇ ਤਾਂ ਵਾਕਈ ਇਟ ਇਜ਼ ਗੋਇੰਗ ਟੂ ਬੀ ਵੈਰੀ ਕ੍ਰੈਡੀਟੇਬਲ। ਅਗਰ ਗੱਲ ਕਰਦੇ ਹਾਂ +1 +2 ਜਿਹੜੇ ਆ ਉਹ ਖਤਮ ਤਕਰੀਬਨ ਹੋਣ ਜਾ ਰਹੇ ਨੇ, ਸਾਰੀ ਜਿਹੜੀ ਪਾਲਿਸੀ ਚੇਂਜ ਹੋ ਗਈ ਆ, ਤੁਸੀਂ ਕੁਝ ਦੱਸ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਇਹ ਕਲਾਸਿਸ ਆ ਉਹ ਹੋਣਗੀਆਂ? ਉਹਨਾਂ ਨੇ ਨਾ ਜਿਸ ਤਰ੍ਹਾਂ 10+2 ਦਾ ਪਹਿਲਾ ਜਿਹੜਾ ਸਾਡਾ ਨਿਯਮ ਸੀਗਾ ਉਹਨੂੰ ਬਦਲ ਦਿੱਤਾ। ਸੋ ਇਟਸ ਗੋਇੰਗ ਟੂ ਬੀ 5+4 +3+4। ਹੁਣ ਇਹ 5 ਜਿਹੜਾ ਹੈਗਾ ਉਹ ਪ੍ਰਾਇਮਰੀ ਵਿੰਗ ਹੋਏਗਾ, ਸਕੂਲ ਦੇ ਵਿੱਚ ਹੋਏਗਾ, ਔਰ ਇਹਦੇ ਵਿੱਚ ਮਾਤ ਭਾਸ਼ਾ ਪੜ੍ਹਾਈ ਜਾਏਗੀ। ਇੰਗਲਿਸ਼ ਦਾ ਜਿਹੜਾ ਇੱਕ ਰੋਬ ਹੁੰਦਾ ਸੀਗਾ ਨਾ, ਸ਼ਾਇਦ ਉਹ ਤੋਂ ਦੇ ਆਰ ਗੋਇੰਗ ਟੂ ਡੂ ਅਵੇ ਵਿਥ ਇਟ। ਉਹਦੇ ਵਿੱਚ ਆਪਣੀ ਭਾਸ਼ਾ, ਮਾਤ ਭਾਸ਼ਾ ਦੇ ਵਿੱਚ ਹੀ ਬੱਚਾ ਪੜ੍ਹੇਗਾ। ਉਸ ਤੋਂ ਬਾਅਦ ਪ੍ਰਾਇਮਰੀ ਤੋਂ ਬਾਅਦ ਉਹਨਾਂ ਨੇ ਮਿਡਲ ਕਲਾਸਿਸ ਵਾਸਤੇ, ਔਰ ਫਿਰ ਉਸ ਤੋਂ ਬਾਅਦ 9ਵੀਂ 10ਵੀਂ 11ਵੀਂ ਇਹ ਹਾਇਰ ਸਟੱਡੀਜ਼ ਵਾਸਤੇ ਹਾਇਰ ਕਲਾਸਿਸ ਲਈ ਹੋਏਗਾ, ਕਿਉਂਕਿ ਇਹਨਾਂ ਨੇ 4 ਇਅਰਸ ਗ੍ਰੈਜੂਏਸ਼ਨ ਕਰ ਦਿੱਤੀ ਹੈ। ਅਤੇ ਮੇਰੇ ਖਿਆਲ ਦੇ ਨਾਲ +2 ਜਿਹੜੀ ਹੈਗੀ ਹੈ, ਜਿਸ ਤਰ੍ਹਾਂ ਪਹਿਲਾਂ ਜਦੋਂ ਮੈਂ ਪੜ੍ਹਦੀ ਸੀ ਪ੍ਰੀ ਯੂਨੀਵਰਸਿਟੀ ਸਾਡੀ ਕਲਾਸ ਹੁੰਦੀ ਸੀ, ਪਤਾ ਨਹੀਂ ਤੁਸੀਂ ਉਸ ਵੇਲੇ ਪ੍ਰੀ ਯੂਨੀਵਰਸਿਟੀ ਪੜ੍ਹੀ ਕਿ ਨਹੀਂ। ਮੈਂ ਪ੍ਰੀ ਯੂਨੀਵਰਸਿਟੀ ਪੜ੍ਹੀ ਔਰ ਉਸ ਤੋਂ ਬਾਅਦ ਸਾਡੇ ਕੋਲ BA ਫਸਟ ਈਅਰ, ਸੈਕੰਡ ਈਅਰ, ਥਰਡ ਈਅਰ। ਤਾਂ ਮੇਰੇ ਹਿਸਾਬ ਦੇ ਨਾਲ ਇਹ ਉਹੀ ਪੈਟਰਨ ਦੁਬਾਰਾ ਲੈ ਕੇ ਆ ਰਹੇ, ਔਰ MA ਫਿਰ ਫਸਟ ਈਅਰ 1 ਸਾਲ ਦੀ ਹੋ ਜਾਏਗੀ। ਆਫਟਰ 4 ਇਅਰਸ MA 1 ਸਾਲ ਦੀ ਹੋ ਜਾਏਗੀ। ਲੇਕਿਨ ਐਜੂਕੇਸ਼ਨ ਮਿਨਿਸਟਰ ਇਹਨੂੰ ਕਿਸ ਤਰ੍ਹਾਂ ਲੈਣਗੇ, ਜਾਂ ਜਿਹੜੇ ਸਾਡੇ ਵਾਈਸ ਚਾਂਸਲਰ ਹੈ ਜਾਂ ਐਜੂਕੇਸ਼ਨਿਸਟ ਹੈਗੇ ਹੈ, ਇਹਦੀ ਰੂਪ ਰੇਖਾ ਕਿੱਦਾਂ ਤਿਆਰ ਕਰਨਗੇ, ਇਹ ਹਾਲੇ ਸਮੇਂ ਦੱਸੇਗਾ ਸਾਨੂੰ। ਇਹਦੇ ਵਿੱਚ ਵੀ ਚੇਂਜਸ ਆਉਣਗੀਆਂ ਕਿ ਜਿਹੜੇ ਬੱਚੇ ਇਸ ਟਾਈਮ +2 ਦੇ ਵਿੱਚ ਨੇ ਅਤੇ ਉਹਨਾਂ ਨੂੰ ਕਿਸ ਹਿਸਾਬ ਨਾਲ ਰੱਖਿਆ ਜਾਂਦਾ, ਕਿ ਉਹਨਾਂ ਨੂੰ ਫਸਟ ਈਅਰ BA ਦਾ ਜਿਹੜਾ ਆ ਗ੍ਰੈਜੂਏਸ਼ਨ ਦਾ ਜਿਹੜਾ ਆ ਫਸਟ ਈਅਰ ਆ ਉਹ ਗਿਣਿਆ ਜਾਏਗਾ, ਜਾਂ ਉਹਨੂੰ +2 ਵਿੱਚ ਗਿਣ ਕੇ ਉਹਦੀ ਜਿਹੜੀ ਫਸਟ ਈਅਰ ਅਗਲੇ ਈਅਰ ਤੋਂ ਸ਼ੁਰੂ ਹੋਏਗਾ? ਇਹ ਹਜੇ ਕਨਫਰਮ ਤਾਂ ਨਹੀਂ ਹੈ ਕੁਝ? ਨਹੀਂ, ਹਾਲੇ ਇਹਦੇ ਬਾਰੇ ਕੋਈ ਮਤਲਬ ਰਾਏ ਸਾਡੇ ਕੋਲ ਨਹੀਂ ਆਈ ਹੈ। ਹਾਲੇ ਇਹਦੇ 'ਤੇ ਸਾਨੂੰ ਜਦੋਂ ਤੱਕ ਪ੍ਰੋਪਰ ਕਾਗਜ਼ ਦੇ ਵਿੱਚ ਲਿਖ ਕਰ ਬਲੈਕ ਐਂਡ ਵਾਈਟ 'ਚ ਨਹੀਂ ਆ ਜਾਏਗਾ, ਮੈਂ ਕੁਝ ਨਹੀਂ ਕਹਿ ਸਕਾਂਗੀ ਕਿ ਅਗਲੇ ਸਾਲ ਬੱਚੇ। ਬਟ ਐਜੂਕੇਸ਼ਨ ਮਿਨਿਸਟਰ ਨੇ ਕਿਹਾ ਸੀਗਾ ਕਿ ਇੱਕ ਅੱਧੇ ਦਿਨ 'ਚ ਮੈਂ ਦੱਸ ਦੇਵਾਂਗਾ ਕਿ ਇਹ ਕਦੋਂ ਤੋਂ ਆਪਾਂ ਇੰਪਲੀਮੈਂਟ ਕਰਨਾ ਹੈ। ਹਾਲੇ ਸਾਨੂੰ ਉਹਦਾ ਵੀ ਇੰਤਜ਼ਾਰ ਹੈ ਵੀ ਕਦੋਂ ਤੋਂ ਇਹ ਨਵੀਂ ਐਜੂਕੇਸ਼ਨ ਪਾਲਿਸੀ ਇੰਪਲੀਮੈਂਟ ਹੋਏਗੀ। ਲੇਕਿਨ ਇਹ ਹੈ ਕਿ ਰੈਵੋਲੂਸ਼ਨਰੀ ਚੇਂਜਸ ਕਾਲਜਸ ਐਂਡ ਸਕੂਲ ਦੇ ਵਿੱਚ ਆਉਣ ਵਾਲੇ ਹੈ। ਜਿੱਦਾਂ ਤੁਸੀਂ ਕਿਹਾ ਕਿ ਜਿਹੜੇ ਇੱਥੇ ਦੇ ਕਾਲਜਸ ਨੇ, ਯੂਨੀਵਰਸਿਟੀਜ਼ ਨੇ, ਉਹ ਬਾਹਰ ਆਪਣੇ ਕੈਂਪਸ ਖੋਲ੍ਹ ਸਕਦੇ ਆ, ਬਾਹਰਲੇ ਯੂਨੀਵਰਸਿਟੀ ਇੱਥੇ ਖੋਲ੍ਹ ਸਕਦੇ ਆ। ਜਿਹੜੇ ਬੱਚੇ ਪੜ੍ਹਾਈ ਦੇ ਲਈ ਬਾਹਰਲੇ ਮੁਲਕਾਂ ਜਾਂਦੇ ਨੇ, ਕੈਨੇਡਾ ਜਾਂਦੇ ਨੇ, ਅਮਰੀਕਾ ਜਾਂਦੇ ਨੇ, ਆਸਟ੍ਰੇਲੀਆ ਜਾਂ ਹੋਰ ਕੰਟਰੀਜ਼ ਦੇ ਵਿੱਚ ਜਾ ਰਹੇ ਨੇ, ਤੁਹਾਨੂੰ ਲੱਗਦਾ ਕਿ ਜਿਹੜੇ ਉੱਥੇ ਅੱਛੀਆਂ ਯੂਨੀਵਰਸਿਟੀਜ਼ ਆ, ਅਗਰ ਉਹ ਇੱਥੇ ਕੈਂਪਸ ਖੋਲ੍ਹਦੀਆਂ ਤਾਂ ਬੱਚਿਆਂ ਲਈ ਈਜ਼ੀ ਹੋਏਗਾ, ਜਾਂ ਇੱਥੇ ਵਾਲੀਆਂ ਅਗਰ ਯੂਨੀਵਰਸਿਟੀਜ਼ ਜਿਹੜੇ ਚੰਗੇ ਸੰਸਥਾਨ ਨੇ ਹੈਗੇ ਆ, ਉਹ ਅਗਰ ਸੇਮ ਕਾਲਜਸ ਜਿਹੜੇ ਉਹ ਬਾਹਰ ਖੋਲ੍ਹ ਦਿੰਦੇ ਆ ਤਾਂ ਬੱਚਿਆਂ ਲਈ ਅੱਛੀ ਓਪਰਚੁਨਿਟੀ ਹੋਏਗੀ ਅੱਗੇ ਜਾ ਕੇ ਉੱਥੇ ਪੜ੍ਹਨ ਦੀ? ਬਿਲਕੁਲ ਹੋਏਗੀ। ਮੈਨੂੰ ਤਾਂ ਇਹ ਲੱਗਦਾ ਹੈਗਾ ਕਿ ਬੱਚਾ ਕਿਉਂ ਜਾਏਗਾ ਬਾਹਰ ਜੇ ਉਹਨੂੰ ਇੰਨੀ ਅੱਛੀ, ਔਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇੱਥੇ ਪੜ੍ਹਾਈ ਅੱਛੀ ਨਹੀਂ ਹੈ। ਇੱਕ ਕਰੇਜ਼ ਹੁੰਦਾ ਬੱਚਿਆਂ ਦੇ ਵਿੱਚ, ਇੱਕ ਕਰੇਜ਼ ਹੈਗਾ ਕਿ ਮੈਂ ਜਾਂ ਬਾਹਰਲੀ ਯੂਨੀਵਰਸਿਟੀ ਦੇ ਵਿੱਚ, ਜਿੱਦਾਂ ਉਹਨਾਂ ਨੂੰ ਲੱਗਦਾ ਹੋਏਗਾ ਵੀ ਸ਼ਾਇਦ ਬਾਹਰਲੀ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਬਹੁਤ ਅੱਛੀ ਹੁੰਦੀ ਹੈ, ਤਾਂ ਉਹਨਾਂ ਦਾ ਕਰੇਜ਼ ਵੀ ਖਤਮ ਹੋ ਜਾਏਗਾ ਕਿ ਜਦੋਂ ਇਹ ਦੇਖਣਗੇ ਵੀ ਹਾਂ ਜੀ ਬਾਹਰਲੀ ਯੂਨੀਵਰਸਿਟੀ ਇੱਥੇ ਆ ਗਈ ਹੈ। ਸੋ ਪੇਰੈਂਟਸ ਵੀ ਕਹਿਣਗੇ ਵੀ ਬੱਚੇ ਹੁਣ ਤੂੰ ਕਿਉਂ ਬਾਹਰ ਜਾਣਾ, ਤੇਰੀ ਤਾਂ ਯੂਨੀਵਰਸਿਟੀ ਇੱਥੇ ਵੀ ਖੁੱਲ੍ਹ ਰਹੀ ਹੈਗੀ, ਤੂੰ ਇੱਥੇ ਬੈਠ ਕੇ ਪੜ੍ਹ। ਹੋ ਸਕਦਾ ਹੈ ਬੱਚਿਆਂ ਨੂੰ ਬਾਹਰ, ਵੈਸੇ ਤਾਂ ਕੋਵਿਡ ਨੇ ਹੀ ਬਾਹਰਲਾ ਕਰੇਜ਼ ਖਤਮ ਕਰ ਦਿੱਤਾ। ਇੱਕ ਗੱਲ ਤਾਂ ਹੋਰ ਆ ਜਾਂਦੀ ਨਾ ਕਿ ਬੱਚੇ ਪੜ੍ਹਾਈ ਲਈ ਉਹਨਾਂ ਬਾਹਰ ਨਹੀਂ ਜਾਂਦੇ ਜਿੰਨਾ ਇੱਥੇ ਦੇ ਸਿਸਟਮ ਤੋਂ ਦੁਖੀ ਹੋ ਕੇ ਉੱਥੇ ਜਾਂਦੇ ਆ, ਕਿ ਉੱਥੇ ਜਾ ਕੇ ਘੱਟੋ ਘੱਟ ਨੂੰ ਸਿਸਟਮ ਮਿਲੇਗਾ। ਜੋ ਇੱਥੇ ਭ੍ਰਿਸ਼ਟਾਚਾਰ ਆ ਜਾਂ ਹੋਰ ਜੇ ਇਹ ਕਹਿ ਲਈਏ ਕਿ ਕਿਸੇ ਚੀਜ਼ ਦਾ ਸਿਸਟਮ ਨਹੀਂ ਹੈਗਾ, ਭਾਵੇਂ ਆਪਾਂ ਟ੍ਰੈਫਿਕ ਦੀ ਗੱਲ ਕਰ ਲਈਏ ਜਾਂ ਹੋਰ ਚੀਜ਼ਾਂ ਦੀ ਗੱਲ ਕਰੀਏ, ਜਿਹਦੇ ਕਰਕੇ ਬੱਚੇ ਜ਼ਿਆਦਾ ਬਾਹਰ ਜਾਂਦੇ ਨੇ ਪੜ੍ਹਾਈ ਦੇ ਲਈ। ਤਾਂ ਇੱਕ ਰੀਜ਼ਨ ਹੁੰਦਾ ਕਿ ਪੜ੍ਹਾਈ ਦੇ ਥਰੂ ਉਹ ਬਾਹਰ ਜਾ ਕੇ ਜਿਹੜੇ ਆ ਉਹ ਸੈੱਟ ਹੋਣਾ ਉਹ ਚਾਹੁੰਦੇ ਨੇ। ਅਤੇ ਕਾਲਜਸ ਔਰ ਸਕੂਲਸ ਇਹਨਾਂ ਦੇ ਵਿੱਚ ਵੀ ਬਹੁਤ ਵੱਡੀਆਂ ਚੇਂਜਸ ਆਉਣ ਵਾਲੀਆਂ ਨੇ, ਉਹਨਾਂ ਨੂੰ ਆਪਣੇ ਸਿਸਟਮ ਦੇ ਵਿੱਚ ਚੇਂਜ ਕਰਨੀ ਪਏਗੀ। ਬਿਲਕੁਲ ਕਰਨੀ ਪਏਗੀ, ਕਿਉਂਕਿ ਡਿਜੀਟਲਾਈਜੇਸ਼ਨ ਆਫ ਐਜੂਕੇਸ਼ਨ ਦੇ ਉੱਤੇ ਬਹੁਤ ਜ਼ੋਰ ਦਿੱਤਾ ਗਿਆ ਇਸ ਪਾਲਿਸੀ ਦੇ ਵਿੱਚ। ਔਰ ਕੋਵਿਡ ਦੇ ਵਿੱਚ ਤਾਂ ਸਾਨੂੰ ਪਤਾ ਹੀ ਚੱਲ ਗਿਆ ਵੀ ਆਨਲਾਈਨ ਐਜੂਕੇਸ਼ਨ ਜਾਂ ਵਰਚੁਅਲ ਐਜੂਕੇਸ਼ਨ ਕਿਹਨੂੰ ਕਹਿੰਦੇ ਆ, ਕਿੱਦਾਂ ਦਿੱਤੀ ਜਾਣੀ ਹੈ। ਅਸੀਂ ਤਾਂ ਆਪ ਹੁਣ ਉਸ ਸਿਸਟਮ ਨੂੰ ਸੁਧਾਰਨ ਜਾ ਰਹੇ ਹਾਂ, ਕਿਉਂਕਿ ਸਾਡੀਆਂ ਸਾਰੀਆਂ ਕਲਾਸਿਸ ਹੁਣ ਵਰਚੁਅਲ ਲੱਗਣਗੀਆਂ ਅਤੇ ਬੱਚਿਆਂ ਨੂੰ ਵੀ ਹੁਣ ਇਸ ਚੀਜ਼ 'ਤੇ
ਆਉਣਾ ਪਏਗਾ ਕਿ ਵੀ ਕਿਸ ਤਰ੍ਹਾਂ ਆਪਾਂ ਜ਼ੂਮ ਦੇ ਉੱਤੇ ਜਾਂ ਗੂਗਲ ਮੀਟ ਦੇ ਉੱਤੇ ਜਾਂ ਜੀਓ ਮੀਟ ਆ ਗਿਆ ਹੁਣ, ਉਹਦੇ 'ਤੇ ਅਸੀਂ ਕਿੱਦਾਂ ਕਲਾਸਿਸ ਲਗਾਉਣੀਆਂ ਹੈਗੀਆਂ। ਤਾਂ ਇਹ ਚੇਂਜ ਤਾਂ ਹੁਣੇ ਆ ਹੀ ਗਿਆ, ਲੇਕਿਨ ਐਜੂਕੇਸ਼ਨ ਪਾਲਿਸੀ ਨਵੀਂ ਨੇ ਇਹਦੇ 'ਤੇ ਜ਼ਿਆਦਾ ਐਮਫੈਸਿਸ ਦਿੱਤਾ ਹੈਗਾ ਕਿ ਕੰਪਿਊਟਰਾਈਜੇਸ਼ਨ ਐਂਡ ਡਿਜੀਟਲਾਈਜੇਸ਼ਨ ਆਫ ਐਜੂਕੇਸ਼ਨ, ਇਹਦੇ 'ਤੇ ਵੀ ਬਲ ਦਿੱਤਾ ਜਾਵੇ। ਇੱਕ ਚੀਜ਼ ਜਿਹੜੀ ਇਹਨਾਂ ਨੇ ਹੋਰ ਬੜੀ ਅੱਛੀ ਕੀਤੀ ਹੈ ਕਿ ਆਪਣੇ ਸੰਸਕਾਰਾਂ ਨੂੰ ਔਰ ਆਪਣੇ ਕਲਚਰ ਨੂੰ, ਆਪਣੀ ਸੰਸਕ੍ਰਿਤੀ ਨੂੰ, ਇਹਨੂੰ ਜਾਣਨ ਵਾਸਤੇ ਨਵੀਂ ਐਜੂਕੇਸ਼ਨ ਪਾਲਿਸੀ ਨੇ ਪ੍ਰਾਕ੍ਰਿਤ ਪਾਲੀ ਭਾਸ਼ਾ ਜਿਹੜੀਆਂ ਲੁਪਤ ਹੋ ਗਈਆਂ ਸੀ, ਸੰਸਕ੍ਰਿਤ ਹੈ, ਅਪਭ੍ਰੰਸ਼ ਹੈ, ਇਹਨਾਂ ਸਾਰੀਆਂ ਭਾਸ਼ਾਵਾਂ ਨੂੰ ਦੁਬਾਰਾ ਰਿਵਾਈਵ ਕਰਕੇ ਇਹਦੇ 'ਤੇ ਗੱਲਬਾਤ ਕਰ ਔਰ ਇਹਦੇ ਦੀ ਸਪੈਸ਼ਲ ਸਟੱਡੀਜ਼, ਉਹ ਵੀ ਇਹਨਾਂ ਨੇ ਸ਼ਾਇਦ ਪੇਪਰ ਇੰਟਰੋਡਿਊਸ ਕਰਨਾ ਹੈ ਜਾਂ ਇਹਦੀ ਸਪੈਸ਼ਲ ਸਟੱਡੀ ਦਾ ਕੋਈ ਪੇਪਰ ਇੰਟਰੋਡਿਊਸ ਕਰਕੇ ਇਹਨੂੰ ਵੀ ਦੁਬਾਰਾ ਰਿਵਾਈਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਤੇ ਇਤਿਹਾਸ ਦੇ ਨਾਲ ਨਾਲ ਆਪਣਾ ਭਵਿੱਖ ਇਹਨੂੰ ਕਿਸ ਤਰ੍ਹਾਂ ਇਹਦੇ ਵਿੱਚ ਇੱਕ ਸੇਤੂ ਬਣਾ ਕਰ ਬੱਚਿਆਂ ਨੂੰ ਇਹ ਵੀ ਦੱਸਣਾ ਵੀ ਤੁਸੀਂ ਕੌਣ ਸੀ ਔਰ ਤੁਸੀਂ ਕਿੱਥੇ ਤੱਕ ਜਾ ਸਕਦੇ ਹੋ, ਇਹਦੀ ਗੱਲ ਨਿਊ ਐਜੂਕੇਸ਼ਨ ਪਾਲਿਸੀ ਬਹੁਤ ਜ਼ਿਆਦਾ ਕਰ ਰਹੀ। ਜਿਹੜਾ ਮਲਟੀਪਲ ਐਗਜ਼ਿਟ ਔਰ ਮਲਟੀਪਲ ਐਂਟਰੀਜ਼ ਜਿਹੜੀਆਂ ਆ ਉਹ ਕਹੀਆਂ ਗਈਆਂ ਨੇ, ਉਹ ਕਿਸ ਤਰੀਕੇ ਨਾਲ ਕੰਮ ਕਰਨਗੇ? ਜਿਸ ਤਰ੍ਹਾਂ ਤੁਸੀਂ ਜੇ 6 ਮਹੀਨੇ ਕਾਲਜ ਦੇ ਵਿੱਚ ਕੋਈ ਕੋਰਸ ਕੀਤਾ ਤਾਂ ਹੁਣ 6 ਮਹੀਨੇ ਕਰਕੇ ਤੁਸੀਂ ਜੇ ਬਾਹਰ ਨਿਕਲ ਗਏ ਹੋ ਤੁਹਾਨੂੰ ਉਹਦੀ ਕੋਈ ਵੇਟੇਜ ਨਹੀਂ ਮਿਲੇਗੀ। ਲੇਕਿਨ ਇਸ ਐਜੂਕੇਸ਼ਨ ਪਾਲਿਸੀ ਦੇ ਨਾਲ ਆਫਟਰ 6 ਮੰਥ ਸਾਨੂੰ ਸਰਟੀਫਿਕੇਟ ਮਿਲੇਗਾ, ਆਫਟਰ 1 ਈਅਰ ਤੁਹਾਨੂੰ ਡਿਪਲੋਮਾ ਮਿਲੇਗਾ, ਆਫਟਰ 2 ਈਅਰ ਤੁਹਾਨੂੰ ਐਡਵਾਂਸ ਡਿਪਲੋਮਾ ਮਿਲੇਗਾ। ਔਰ ਸਕਿੱਲ ਡਿਵੈਲਪਮੈਂਟ ਦੇ ਉੱਤੇ ਇਹਨਾਂ ਨੇ ਬਹੁਤ ਜ਼ੋਰ ਦਿੱਤਾ ਨਿਊ ਐਜੂਕੇਸ਼ਨ ਪਾਲਿਸੀ ਨੇ, ਕਿਉਂਕਿ ਸਕੂਲਾਂ ਤੋਂ ਹੀ ਸਕਿੱਲ ਡਿਵੈਲਪਮੈਂਟ ਦੀ ਗੱਲ ਕਰ ਰਹੇ ਹੈ ਕਿ ਸਕੂਲਸ ਦਾ ਹੁਣ ਜਿਹੜਾ ਕਰਿਕੂਲਮ ਹੈ ਉਹ ਮੋਸਟਲੀ ਬੇਸਡ ਰਹੇਗਾ ਸਕਿੱਲ ਦੇ ਉੱਤੇ। ਅੱਗੇ ਜਿਹੜੀ ਰਟਾਫਿਕੇਸ਼ਨ ਹੁੰਦੀ ਸੀ ਨਾ ਕਿ ਰਟਾਇਆ ਤੁਸੀਂ ਯਾਦ ਕਰ ਲਿਆ ਔਰ ਤੁਸੀਂ ਪੇਪਰਾਂ ਦੇ ਵਿੱਚ ਲਿਖ ਲਿਆ, ਨੰਬਰ ਆ ਗਏ, ਉਹ ਸਭ ਕੁਝ ਖਤਮ ਹੋਣ ਵਾਲਾ। ਤਾਂ ਇਹ ਵੀ ਇੱਕ ਬਹੁਤ ਵੱਡੀ ਚੇਂਜ ਆਉਣ ਵਾਲੀ ਹੈ ਔਰ ਮੇਰਾ ਖਿਆਲ ਹੈ ਇਹਦੇ ਨਾਲ ਜਿੱਥੇ ਬੱਚੇ ਸਕਿੱਲ ਓਰੀਐਂਟਡ ਹੋ ਜਾਣਗੇ, ਉਸ ਤੋਂ ਉਹਦੇ ਨਾਲ ਨਾਲ ਭਾਰਤ ਵੀ ਜਿਹੜੇ ਵੱਡੇ ਦੇਸ਼ ਹੈ ਉਹਨਾਂ ਦੀ ਬਰਾਬਰੀ ਦੇ ਵਿੱਚ ਆਪਣੇ ਆਪ ਨੂੰ ਕਿਤੇ ਪਾਏਗਾ। ਅਤੇ ਜਿਹੜੇ ਬੱਚਿਆਂ ਨੇ ਫਿਊ ਡੇਜ਼ ਅਗੋ ਜਿਹੜਾ +2 ਦਾ ਰਿਜ਼ਲਟ ਆਇਆ ਸੀਗਾ, ਅਤੇ ਰਿਜ਼ਲਟ ਆਉਣ ਤੋਂ ਬਾਅਦ ਹੁਣ ਉਹਨਾਂ ਨੇ ਫਿਊਚਰ ਦੇ ਬਾਰੇ ਆਪਣੇ ਸੋਚ ਰਹੇ ਸੀਗੇ, ਅਤੇ ਕੀ ਉਹਨਾਂ ਨੂੰ ਹਜੇ ਥੋੜ੍ਹੇ ਦਿਨ ਹੋਰ ਵੇਟ ਕਰਨੀ ਪਏਗੀ ਕਿ ਪਾਲਿਸੀ ਕਿਸ ਪਾਸੇ ਨੂੰ ਜਾ ਰਹੀ ਹੈ, ਅਤੇ ਕੀ ਨਵੀਆਂ ਗਾਈਡਲਾਈਨਸ ਜਿਹੜੀਆਂ ਨੇ ਐਕਚੁਅਲ ਦੇ ਵਿੱਚ ਨਿਕਲ ਕੇ ਬਾਹਰ ਆਉਣੀਆਂ, ਉਹਨਾਂ ਨੂੰ ਫਿਊ ਡੇਜ਼ ਵੇਟ ਕਰਨੀ ਪਏਗੀ? ਮੇਰਾ ਖਿਆਲ ਹੈ ਇੰਨੀ ਜਲਦੀ ਇੰਪਲੀਮੈਂਟ ਨਹੀਂ ਹੋ ਸਕਦੀ ਹੈ, ਬਿਕੋਜ਼ ਇਹ ਵਾਲਾ ਜਿਹੜਾ ਸਾਲ ਹੈ ਬੱਚੇ ਨੂੰ ਉਹ +2 ਤੋਂ ਬਾਅਦ ਕਾਲਜ ਦੇ ਵਿੱਚ ਫਸਟ ਈਅਰ ਦੇ ਵਿੱਚ ਹੀ ਦਾਖਲਾ ਲੈਣਾ ਪਏਗਾ। ਇੰਨੀ ਜਲਦੀ +2 ਕਾਲਜ ਦੇ ਵਿੱਚ ਸ਼ਿਫਟ ਕਰਨੀ ਜਾਂ ਸਕੂਲਾਂ ਨੂੰ ਕਹਿ ਦੇਣਾ ਕਿ ਵੀ ਤੁਸੀਂ 12ਵੀਂ ਨਹੀਂ ਕਰਨੀ ਹਾਲੇ, ਇਹਦੇ ਬਾਰੇ ਨਾ ਕੋਈ ਕਲੈਰਿਟੀ ਸਾਨੂੰ ਹਾਲੇ ਮਿਲੀ ਨਹੀਂ ਹੈ। ਜਦੋਂ ਤੱਕ ਉਹ ਕਲੈਰਿਟੀ ਨਹੀਂ ਮਿਲ ਜਾਂਦੀ ਉਦੋਂ ਤੱਕ ਅਸੀਂ ਇਹਦੀ ਗੱਲ ਨਹੀਂ ਕਰ ਸਕਾਂਗੇ। ਅਤੇ ਅਗਰ ਕਮਲਾ ਨਹਿਰੂ ਕਾਲਜ ਦੀ ਗੱਲ ਕਰੀਏ, ਕਿ ਉਹ ਆਪਣੇ ਆਪ ਨੂੰ ਤੁਸੀਂ ਇਹਨਾਂ ਨੂੰ ਤਿਆਰ ਕੀਤਾ ਹੋਇਆ ਕਿ ਜੋ ਪਾਲਿਸੀ ਦੇ ਵਿੱਚ ਚੇਂਜਸ ਆਉਣਗੀਆਂ ਉਹਦੇ ਅਕੋਰਡਿੰਗ ਜਿਹੜੀਆਂ ਆ ਹਰ ਫੈਸਿਲਿਟੀ ਦੇਣ ਦੇ ਲਈ ਜਿਹੜਾ ਆ ਕਮਲਾ ਨਹਿਰੂ ਕਾਲਜ ਫਾਰ ਵੂਮੈਨਸ ਜਿਹੜਾ ਆ ਉਹ ਰੈਡੀ ਬੈਠਾ ਹੈ? ਅਸੀਂ ਵੈਸੇ ਵੀ ਪ੍ਰਤੀਬੱਧ ਰਹੇ ਹਾਂ ਆਪਣੇ ਬੱਚਿਆਂ ਦੀ ਫੈਸਿਲਿਟੀਜ਼ ਵਾਸਤੇ, ਔਰ ਸਾਡੀ ਇੱਕ ਮਾਨਮੱਤੀ ਸੰਸਥਾ ਹੈਗੀ ਹੈ ਜਿਹਦੀ ਇੱਕ ਪਹਿਚਾਣ ਹੈ, ਸਿਰਫ ਫਗਵਾੜਾ 'ਚ ਨਹੀਂ, ਅਸੀਂ ਪੰਜਾਬ ਦੀ ਦੇਸ਼ ਦੇ ਵਿੱਚ ਜਾਣੇ ਜਾਂਦੇ ਹਾਂ। ਅਤੇ ਇਸ ਕਰਕੇ ਸਾਡੀ ਮੈਨੇਜਮੈਂਟ ਇਹਨੂੰ ਇੱਕ ਮਿਸ਼ਨ ਵਾਂਗਰ ਲੈਂਦੀ ਹੈ ਐਜੂਕੇਸ਼ਨ ਨੂੰ, ਅਤੇ ਉਹ ਇਸ ਨਵੀਂ ਪਾਲਿਸੀ ਦੇ ਨਾਲ ਜੋ ਚੇਂਜਿਸ ਇਨਫਰਾਸਟਰਕਚਰ ਦੇ ਵਿੱਚ ਚਾਹੀਦੀ ਹੈ ਜਾਂ ਜੋ ਚੇਂਜਿਸ ਜਿੱਥੇ ਵੀ ਚਾਹੀਦੀ ਹੈ ਉਹ ਖੜੀ ਹੈ ਸਾਡੇ ਨਾਲ। ਔਰ ਮੇਰੀ ਗੱਲ ਵੀ ਹੋਈ ਹੈ ਆਪਣੇ ਪ੍ਰੈਜ਼ੀਡੈਂਟ ਸਰ ਨਾਲ, ਉਹਨਾਂ ਦੇ ਨਾਲ ਵੀ ਮੈਂ ਪੂਰੇ ਵਿਸਤਾਰ ਨਾਲ ਗੱਲ ਕੀਤੀ ਹੈ ਵੀ ਇਹ ਚੇਂਜਿਸ ਆਉਣ ਵਾਲੀਆਂ। ਤਾਂ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਪ੍ਰਤੀਬੱਧ ਹੈਗੇ ਹਾਂ ਕਿ ਜੋ ਚੇਂਜਿਸ ਆਉਣੀਆਂ ਹੈ ਮੈਨੇਜਮੈਂਟ ਬਿਲਕੁਲ ਸਾਥ ਦੇਗੀ ਔਰ ਕਾਲਜ ਦੇ ਵਿੱਚ ਉਹ ਚੇਂਜਿਸ ਲਿਆਉਣ ਦੀ ਪੂਰਾ ਯਤਨ ਕਰੇਗੀ। ਮੈਮ, ਬੱਚਿਆਂ ਨੇ ਜਿਨ੍ਹਾਂ ਨੇ ਹੁਣ +2 ਕਲੀਅਰ ਕੀਤੀ ਆ ਅਤੇ ਉਹ ਕਾਲਜਸ ਦੇ ਵਿੱਚ ਆਪਣੇ ਫਿਊਚਰ ਨੂੰ ਜਿਹੜਾ ਆ ਉਹ ਦੇਖ ਰਹੇ ਨੇ, ਅਤੇ ਉਹਨਾਂ ਨੂੰ ਬਹੁਤ ਬੱਚਿਆਂ ਨੂੰ ਸਮਝ ਨਹੀਂ ਆ ਰਹੀ ਕਿ ਕਿਹੜੇ ਕੋਰਸਿਸ ਜਿਹੜੇ ਉਹ ਲੈ ਜਾਣ। ਅਤੇ ਤੁਹਾਡੇ ਕੋਲ +2 ਕਰਨ ਤੋਂ ਬਾਅਦ ਬੱਚਿਆਂ ਦੇ ਲਈ ਜਿਹੜੇ ਨਵੇਂ ਬੱਚੇ ਕਾਲਜਸ ਵਿੱਚ ਆ ਰਹੇ ਨੇ ਉਹਨਾਂ ਲਈ ਕਿਹੜੇ ਕੋਰਸ ਅਵੇਲੇਬਲ ਨੇ, ਅਤੇ ਕੀ ਤੁਸੀਂ ਉਹਨਾਂ ਨੂੰ ਆਪਣੇ ਵੱਲੋਂ ਐਡਵਾਈਸ ਕਰਦੇ? ਦੇਖੋ, ਕੋਰਸਿਸ ਤਾਂ ਸਾਡੇ ਕੋਲ ਬਹੁਤ ਹੈਗੇ ਆ। ਬੱਚਾ BCA ਕਰਨਾ ਚਾਹੁੰਦਾ ਹੈ, BCA ਕੰਪਿਊਟਰ ਦੀ ਜੇ ਮੈਂ ਗੱਲ ਕਰਾਂ, BCA ਦਾ ਕੋਰਸ ਬਹੁਤ ਵਧੀਆ ਹੈ ਸਾਡਾ, ਔਰ ਸਾਡੇ ਕੋਲ ਲੈਬਸ ਬੜੀਆਂ ਅੱਛੀਆਂ ਹੈਗੀਆਂ। ਜੇ ਬੱਚਾ ਕਾਸਮੈਟੋਲੋਜੀ ਕਰਨਾ ਚਾਹੁੰਦਾ, ਜਿਸ ਤਰ੍ਹਾਂ ਵੱਡੇ ਸ਼ਹਿਰਾਂ ਅੱਜ ਕੱਲ੍ਹ ਤਾਂ ਵੈਸੇ ਹੀ ਬਿਊਟੀ ਐਂਡ ਵੈਲਨੈਸ ਦੇ ਉੱਤੇ ਬੜੀ ਗੱਲ ਹੋ ਰਹੀ ਹੈ, ਪਾਰਲਰਸ ਬੜੇ ਖੁੱਲ੍ਹੇ ਜਾ ਰਹੇ ਹੈਗੇ, ਔਰ ਬੱਚਾ ਸਾਡੇ ਨਾ ਇਹ ਵਾਲਾ ਕੋਰਸ ਕਰਕੇ ਆਪਣੇ ਘਰ ਬੈਠੇ ਕਮਾ ਰਹੇ ਆ। ਸੋ ਉਹ ਕੋਰਸ ਸਾਡਾ ਬਹੁਤ ਵਧੀਆ ਜਾਂਦਾ ਹੈ। BVOC ਹੈ ਸਾਡਾ, BVOC ਇਨ ਬਿਊਟੀ ਐਂਡ ਵੈਲਨੈਸ।
ਕੋਰਸ ਇਹ +2 ਤੋਂ ਬਾਅਦ ਬੱਚਾ ਕਰ ਸਕਦਾ ਹੈ। ਉਸੇ ਡਿਪਾਰਟਮੈਂਟ ਦੇ ਵਿੱਚ ਸਾਡੇ ਕੋਲ ਇੱਕ ਕੋਰਸ ਹੈਗਾ CC ਡਿਪਲੋਮਾ ਇਨ CC ਐਂਡ ਐਡਵਾਂਸ ਡਿਪਲੋਮਾ, ਤੇ ਇਹ ਜਿਹੜਾ CC ਹੈਗਾ ਇਹ NSDC ਦੇ ਨਾਲ ਜੁੜਿਆ ਹੋਇਆ UGC ਵੱਲੋਂ ਇਹ ਕੋਰਸ ਸਾਡੇ ਕੋਲ ਹੈਗਾ। BVOC ਵੀ UGC ਦਾ ਹੀ ਕੋਰਸ ਹੈ। ਇਸ ਤੋਂ ਇਲਾਵਾ ਸਾਡੇ ਕੋਲ BSc ਕੰਪਿਊਟਰ ਸਾਇੰਸ ਹੈ, BSc ਫੈਸ਼ਨ ਡਿਜ਼ਾਈਨਿੰਗ ਹੈ, BSc ਇਕਨੋਮਿਕਸ ਹੈ, BSc ਮੈਡੀਕਲ ਹੈ, BSc ਨॉन ਮੈਡੀਕਲ ਹੈ, BCom ਆਨਰਸ ਔਰ MCom ਇਹ ਸਾਡੇ ਕੋਰਸ ਹੈਗੇ ਆ। MSc ਇਨ ਫੈਸ਼ਨ ਡਿਜ਼ਾਈਨਿੰਗ ਸਾਡੇ ਕੋਲ ਹੈ ਐਂਡ BA ਵਿੱਚ ਉਹਦੇ ਵਿੱਚ ਕਈ ਤਰ੍ਹਾਂ ਦੇ ਸਬਜੈਕਟਸ ਹੈ, ਜਿਹਦੇ ਵਿੱਚ ਫਾਈਨ ਆਰਟਸ ਹੈ, ਜਿਹਦੇ ਵਿੱਚ ਹੋਮ ਸਾਇੰਸ ਹੈ, ਜਿਹਦੇ ਵਿੱਚ ਮਿਊਜ਼ਿਕ ਹੈ, ਹਿਸਟਰੀ ਹੈ, ਪੋਲੀਟੀਕਲ ਸਾਇੰਸ ਹੈ, पंजाबी इलेक्टिव है, हिंदी है, संस्कृत है, तो लैंग्वेजेस भी बच्चा पढ़ सकता है। तो इट डिपेंड्स कि बच्चे दा रुझान किहदे विच है। तो ज़्यादातर बच्चे साडे कोल कॉमर्स बैकग्राउंड दे आंदे है, साइंस दे आंदे है, BCA वास्ते आंदे है, लेकिन मैं देख रही हूँ कि ऐतकी आर्ट्स वाल भी बच्चों का रुझान काफ़ी गया है और फैशन डिज़ाइनिंग वाल बच्चे बहुत और कुड़ियाँ बहुत आ रही हैं फैशन डिज़ाइनिंग वाल भी एंड कॉस्मेटोलॉजी वाल भी। तो अजकल कॉलेजेस दे विच एडमिशनस अपने पूरे श्रृंगार दे नाल चल रही है और सानू खुलण दा इंतज़ार सीगा भी कॉलेज खुले और किसी तरह एडमिशनस होण। थोड़ी स्लो हैगी है लेकिन स्लो एंड स्टडी विंस द रेस वाली गल है। हौली हौली बच्चे आ रहे हैं क्योंकि असी 17 तो अपनी क्लासेस ऑनलाइन स्टार्ट करन लगे। सानू यूनिवर्सिटी दे नाल भी गलबात हुई है और एडमिशनस शुरू हो चुकी हैं। तो 25 तरीक तक विदाउट लेट फीस एडमिशन हो सकती है। तो मैं इस प्लेटफॉर्म का फ़ायदा चकती हुई बच्चों को कहांगी कि बच्चों जिन्होंने +2 पास की है आओ साडे कॉलेज नूं एक बारी देखो, साडे नाल मिलो, तुहानूं पूरी रस्ता पूरा दिखाया जाएगा। तुहाडे हॉबीज़ दे नाल तुहाडा ख्याल रखते हुए तुहाडे सबजैक्ट्स का रुझान देखते हुए असीं तुहानूं सबजैक्ट्स के बारे भी दसांगे और पूरा गाइड करांगे। एक बारी साडे कॉलेज जरूर आयो। ਕੋਈ ਤੁਸੀਂ ਕਿਉਂਕਿ ਕੋਵਿਡ ਦਾ ਦੌਰ ਚੱਲ ਰਿਹਾ ਹੈ, ਕਈ ਵਾਰੀ ਕੁਛ ਆਉਣ ਤੋਂ ਰੁਕ ਜਾਂਦੇ ਨੇ ਜਾਂ ਫੈਮਿਲੀ ਮੈਂਬਰ ਨਾਲ ਆਉਣਾ ਹੁੰਦਾ, ਬੱਸਾਂ ਬੰਦ ਨੇ, ਕਿ ऑनलाइन कॉल करके ਜਾਂ ऑनलाइन ਕਿਸੇ ਤਰੀਕੇ ਨਾਲ ਐਡਮਿਸ਼ਨ ਜਿਹੜੀ ਆ ਉਹ ਲਈ ਜਾ ਸਕਦੀ ਹੈ? ਬਿਲਕੁਲ ਜੀ, ਸਾਡਾ ਫਾਰਮ ਆਨਲਾਈਨ ਪਿਆ ਹੋਇਆ ਹੈ ਔਰ ਸਾਡੀ ਵੈਬਸਾਈਟ ਨੂੰ ਜੇ ਤੁਸੀਂ ਦੇਖੋ ਤਾਂ ਉਹਦੇ ਵਿੱਚ ਆਨਲਾਈਨ ਐਡਮਿਸ਼ਨ ਵਾਸਤੇ ਪੂਰਾ ਪ੍ਰੋਸੈਸ ਹੈਗਾ। ਤੁਸੀਂ ਸਾਨੂੰ ਆਨਲਾਈਨ ਫਾਰਮ ਭਰ ਕੇ ਭੇਜ ਦਿਓ ਔਰ ਆਨਲਾਈਨ ਹੀ ਤੁਹਾਡੀ ਜਿਹੜੀ ਪੇਮੈਂਟ ਹੈਗੀ ਹੈ ਉਹ ਸਾਡੇ ਕੋਲ ਆ ਜਾਏਗੀ। ਕਈ ਬੱਚਿਆਂ ਨੇ ਜਿਸ ਤਰ੍ਹਾਂ ਕਈ ਬੱਚੇ ਮਹਾਰਾਸ਼ਟਰ 'ਚ ਗਏ ਹੋਏ ਹੈ, ਕਈ ਕੈਲਕੱਟਾ ਤੋਂ ਸਾਨੂੰ ਫੋਨ ਕਰ ਰਹੇ ਹੈ। ਕੱਲ੍ਹ ਹੀ ਮੈਨੂੰ ਪਤਾ ਚੱਲਿਆ ਉੜੀਸਾ ਤੋਂ ਵੀ ਇੱਕ ਫੋਨ ਆਇਆ ਵੀ ਅਸੀਂ ਐਡਮਿਸ਼ਨ ਲੈਣੀ ਹੈਗੀ ਹੈ, ਤਾਂ ਉਹਨਾਂ ਨੇ ਆਨਲਾਈਨ ਸਾਡਾ ਜਿਹੜਾ ਫਾਰਮ ਹੈ ਵੈਬਸਾਈਟ 'ਚੋਂ ਕੱਢਿਆ ਹੈਗਾ ਔਰ ਉਹਨਾਂ ਨੂੰ ਭਰ ਕੇ ਸਾਡੇ ਕੋਲ ਭੇਜਿਆ। ਸੋ ਇਹ ਫੈਸਿਲਿਟੀ ਬਿਲਕੁਲ ਕਾਲਜ ਨੇ ਉਹਨਾਂ ਨੂੰ ਦਿੱਤੀ ਹੈ। ਮੇਰਾ ਨੰਬਰ, ਮੇਰੇ ਸੁਪਰੀਟੈਂਡੈਂਟ ਦਾ ਨੰਬਰ ਵੈਬਸਾਈਟ 'ਤੇ ਪਿਆ ਹੋਇਆ ਹੈ। ਜੇ ਬੱਚੇ ਰੋਜ਼ ਸਾਨੂੰ ਪਤਾ ਨਹੀਂ 10-10 15-15 ਕਾਲਸ ਆ ਜਾਂਦੀਆਂ ਵੀ ਅਸੀਂ ਆਉਣਾ ਚਾਹੁੰਦੇ ਹਾਂ ਜਾਂ कोविड करके नहीं आ पा रहे हैं, तो बच्चे आ रहे हैं और पूरी तरह से अटेंड कर रहे हैं, लेकिन सोशल डिस्टेंसिंग ਨੂੰ मेनटेन करते हुए और गेट ਤੇ ਸਾਡੇ पूरा प्रॉपर ਉਹਨਾਂ ਦਾ ਟੈਂਪਰੇਚਰ ਦੇਖਿਆ ਜਾਂਦਾ ਹੈ ਔਰ ਸੈਨੀਟਾਈਜ਼ ਕੀਤੇ ਜਾਂਦੇ ਉਹਨਾਂ ਦੇ ਹੱਥ ਔਰ ਪ੍ਰੋਪਰ ਅਸੀਂ ਇਸ ਚੀਜ਼ ਦਾ ਖਿਆਲ ਰੱਖਦੇ ਹੋਏ ਬੱਚਿਆਂ ਦੀ ਸੇਫਟੀ ਦਾ ਖਿਆਲ ਰੱਖਦੇ ਹੋਏ ਉਹਨਾਂ ਨੂੰ ਅਟੈਂਡ ਕਰ ਰਹੇ ਹਾਂ। ਇਹ ਸਨ ਡਾਕਟਰ ਕਿਰਨ ਵਾਲੀਆ, ਪ੍ਰਿੰਸੀਪਲ ਕਮਲਾ ਨਹਿਰੂ ਕਾਲਜ ਫਾਰ ਵੂਮੈਨਸ ਫਗਵਾੜਾ, ਜਿਨ੍ਹਾਂ ਨੇ ਵਿਸਤਾਰ ਸਹਿਤ ਜੋ ਐਜੂਕੇਸ਼ਨਲ ਪਾਲਿਸੀ ਲਾਂਚ ਹੋਈ ਆ ਉਹਦੇ ਬਾਰੇ ਦੱਸਿਆ ਤੇ ਹਜੇ ਬਹੁਤ ਸਾਰੀਆਂ ਇਹਨਾਂ ਦੇ ਕਹਿਣ ਅਨੁਸਾਰ ਵੀ ਉਹਦੇ ਚੇਂਜਸ ਜਿਹੜੀਆਂ ਨੇ ਹੋਰ ਆਉਣਗੀਆਂ ਤੇ ਕਲੈਰਿਟੀ ਵੀ ਜਿਹੜੀ ਆ ਉਹ ਪਾਲਿਸੀ ਵਿੱਚ ਆਏਗੀ। ਉਹ ਵੀ ਨਾਲ ਦੀ ਨਾਲ ਅਸੀਂ ਤੁਹਾਡੇ ਤੱਕ ਜਿਹੜੇ ਅਪਡੇਟ ਉਹ ਪਹੁੰਚਾਉਂਦੇ ਰਹਾਂਗੇ। ਨਾਲ ਦੀ ਨਾਲ ਇਹਨਾਂ ਨੇ ਦੱਸਿਆ ਕਿ ਸਾਰੇ ਕੋਰਸਿਸ ਜਿਹੜੇ ਨੇ ਕਮਲਾ ਨਹਿਰੂ ਕਾਲਜ ਦੇ ਵਿੱਚ ਅਵੇਲੇਬਲ ਨੇ, ਤੁਸੀਂ ਆਨਲਾਈਨ ਜਾ ਕੇ ਜਾਂ ਖੁਦ ਇੱਥੇ ਆ ਕੇ ਜਿਹੜੇ ਆ ਇੱਥੇ ਆਪਣੀ ਐਡਮਿਸ਼ਨ ਆ ਉਹ ਲੈ ਸਕਦੇ ਹੋ। ਕੈਮਰਾਮੈਨ ਰਮਨ ਦੇ ਨਾਲ HS ਬਸਰਾ, ਨਵਰੰਗ TV ਫਗਵਾੜਾ।